फर्स्ट न्यूमेरिकल है ਆਪਾਂ ਜਿਹੜਾ ਲੈਣ ਲੱਗੇ ਉਹ 9th न्यूमेरिकल सिर्फ एक लाइन ਦਾ न्यूमेरिकल ਆ कैलकुलेट द वर्क डन calculate the amount of work done in raising a glass of water weighing 0.5 kilogram through a height of 20 centimeter work done करना एक ग्लास अपने को हैगा 0.5 किलोग्राम ਦਾ हाइट 20 सेंटीमीटर तक ऊपर झुकना वा वर्क डन ਦਾ ਕੀ ਫਾਰਮੂਲਾ ਆ ਗਿਆ mgh ਬਿਲकुल ਸਿੰਪਲ ਜਿਹਾ न्यूमेरिकल ਦਾ वर्क डन इक्वल टू mgh ਜਿਹੜਾ ਨਹੀਂ ਸੋਲਵ ਕਰਨ ਵਾਲਾ ਹੋਊਗਾ ठीक है एसएच डायरेक्ट जेड़ा छड़ सकदे हो मैं ਤੁਹਾਡੇ ਤੇ ਛੱਡ ਦੇਣਾ बेटा सो इस न्यूमेरिकल से सिर्फ आई वेरिएबल लगाओ तो न्यूमेरिकल अपना कंप्लीट हो जाना इसलिए तो टाइम नहीं ला रहा 10th हैगा न्यूमेरिकल अ मैन पुशेस अ रोलर विद अ फोर्स ऑफ 50 न्यूटन थ्रू अ डिस्टेंस ऑफ 20 मीटर ठीक है दो वेरिएबल आ गए मैन पुश करदा पे एक रोलर नु जेडी फोर्स लगाई उन्हें फोर्स डिफाइंड कीती उन्हें ਤੁਹਾਡੇ ਕੋਲ जेडी 50 न्यूटन आ और जेडी डिस्प्लेसमेंट आ s दी वैल्यू वो ਤੁਹਾਡੇ ਕੋਲ गिवन है 20 मीटर आ आगे उन्हें अपने न्यूमेरिकल च क्या हुआ कैलकुलेट द वर्क डन इफ a handle of the roller is inclined at an angle of 60 degree with the ground मतलब जेड़ा रोलर हैगा ਇਹਦੇ ਤੇ फोर्स जेडी लगा रहे हो वो ग्राउंड ਦੇ ਨਾਲ 60 डिग्री एंगल ਤੇ लगा रहे हो यानी आप तो मेरे को एंगल होना 60 डिग्री गिवन ਤੇ बॉडी ਦੀ ਲੀਨੀਅਰ ਡਿਸਪਲੇਸਮੈਂਟ ਜਿਹੜੀ ਆ ਉਹ 20 ਮੀਟਰ ਆ ਇਹਦਾ ਮਤਲਬ ਆਪਣੇ ਕੁਐਸਚਨ ਦੇ ਅੰਦਰ ਥੀਟਾ गिवन ਆ 60 डिग्री ਤੇ ਉਹਨੇ ਵਰਕ ਦੀ ਵੈਲਿਊ ਕੈਲਕੂਲੇਟ ਕਰਨ ਨੂੰ ਕਹੀ ਆ ਕਿਹੜਾ ਫਾਰਮੂਲਾ ਲਗਾ ਦਈਏ fs cos theta बिल्कुल ये सिंपल आप ਤੁਹਾਡੇ ਕੋਲ ਫਾਰਮੂਲਾ ਬਣ ਗਿਆ w fs cos theta आप अप्लाई कर दो अपना न्यूमेरिकल कंप्लीट है क्लियर है जी yes yes 11 ਤੁਸੀਂ ਕਰੋਗੇ ठीक है जी बिल्कुल सौखा ही होगी खुद ट्राई करियो की क्वेश्चन च गया इस तो बाद 12th न्यूमेरिकल पढ़ांगे 12th न्यूमेरिकल देखो की क्या है स्टेटमेंट एक बार पढ़ लो मैं पूछनी है पहले हाँ जी 12th स्टेटमेंट कोई भी जाना जेड़ा मर्जी एक्सप्लेन करो एक जना सर इत्थे क्या कि एक चेन हैगी लेंथ एल दी ते मास एम दी ਉਹ ਇੱਕ ਟੇਬਲ ਤੇ ਲਾਈਕ ਕਰਦੀ ਵੀ ਤੇ ਸਰ 1/3 ਹਿੱਸਾ ਟੇਬਲ ਦੇ ਨੀਚੇ ਵਰਟੀਕਲੀ ਹੈਂਗ ਕਰਦਾ ਪਿਆ ਹਾਂਜੀ ਜੀ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਹੈ ਤੇ ਅਸੀਂ ਵਰਕ ਕੈਲਕੂਲੇਟ ਕਰਨਾ ਜਿਹੜਾ हैंगिंग पार्ट ਨੂੰ ਪੁੱਲ ਕਰਨ ਲਈ ਯੂਜ਼ ਹੋਵੇ चलो इस क्वेश्चन च एक चीज ध्यान समझण वाली आनी आ मेरे फिगर वाइज ਆਪਾਂ ਇਹਨੂੰ ਗੱਲ ਕਰਦੇ ਉਹਨੇ ਕਿਹਾ ਕਿ ਚੇਨ ਜਿਹਦੀ ਲੈਂਥ L ਤੇ ਮਾਸ M ਆ ਹਨਾ ਉਹ ਇੱਕ ਟੇਬਲ ਦੇ ਉੱਤੇ ਤੁਹਾਡੇ ਕੋਲ ਕਹਿੰਦਾ ਜੀ ਅਸੀਂ ਰੱਖੀ ਹੋਈ ਆ ਸਮੂਥ ਟੇਬਲ ਆ ਮੀਨ ਫ੍ਰਿਕਸ਼ਨ ਕਿਤੇ ਨਹੀਂ ਕੋਈ ਕੰਸੀਡਰ ਹੋ ਰਹੀ ਐਂਡ 1/3 ਆਫ ਦਾ ਟੋਟਲ ਲੈਂਥ ਜਿੰਨੀ ਟੋਟਲ L ਲੈਂਥ ਉਹਦਾ 1/3 L/3 ਪੋਰਸ਼ਨ ਜਿਹੜਾ ਵਾ ਉਹ ਐਸ ਸੱਚ ਵਰਟੀਕਲੀ ਹੈਂਗ ਕਰਦਾ ਪਿਆ ਲਟਕਦਾ ਪਿਆ ਵਾ ਪਾਰਟ ਇਹਨੀ ਜੇ ਆਪਾਂ ਇੱਥੇ ਇਹਨੂੰ ਸ਼ੋ ਆਫ ਕਰੀਏ ਤੇ ਆਪਣੇ ਕੋਲ ਆ ਚੀਜ਼ ਆ ਗਈ कि जे उस चेन दे अपने को ऐसा च ਆਪਾਂ ਆ डिफाइन करिए कि भी आ दो पार्ट मेरे को ऊपर रह गए ਤੇ ਇੱਕ ਪਾਰਟ ਇਹਦਾ ਮੇਰੇ ਕੋਲ ਇਸ ਵੇ ਨਾਲ ਹੈਂਗ ਕਰਦਾ ਪਿਆ ਠੀਕ ਹੈ ਆ ਇਹਦਾ ਇੱਕ ਪਾਰਟ ਮੇਰੇ ਕੋਲ ਹੈਂਗ ਕਰਦਾ ਪਿਆ ਉਹਨੇ ਇਹ ਕਿਹਾ ਬੁੱਤ ਕਿ ਆ ਪਾਰਟ ਜਿਹੜਾ ਹੈਂਗ ਕਰਦਾ ਇਹਨੂੰ ਮੈਂ ਇਹਦੀ ਪੋਜੀਸ਼ਨ ਤੋਂ ਲਿਫਟ ਕਰਕੇ ਉੱਪਰ ਲੈ ਕੇ ਆਣਾ ਠੀਕ ਹੈ ਤੇ ਇਹਨੂੰ ਅਪਵਰਡ ਲਿਫਟਿੰਗ ਕਰਨ ਲਈ ਮੈਨੂੰ ਕਿੰਨਾ ਵਰਕ ਕਰਨਾ ਪਏਗਾ ਤੇ ਜੇ ਮੈਂ ਵਰਕ ਕੈਲਕੂਲੇਟ ਕਰਨਾ ਯਾਨੀ ਆਪਾਂ ਵਰਕ ਕੈਲਕੂਲੇਟ ਕਰਨਾ ਵਾ ਤੇ ਵਰਕ ਡਨ ਦਾ ਫਾਰਮੂਲਾ ਕੀ ਲਗਾਵਾਂ ਜੀ ਪਹਿਲਾਂ ਤੇ ਫਾਰਮੂਲਾ ਬੋਲੋ mgh ਹਾਂਜੀ ਚਲੋ mgh ਚਲਾ ਦਿੰਨੇ m ਕਿੰਨਾ ਲਵਾਂ ਤੇ h ਕਿੰਨਾ ਲਵਾਂ sir h m/3 ਸਰ m/3 and l/3 ਮਾਸ m/3 ਤੇ ਲੈਂਥ h l/3 ਠੀਕ ਹੈ ਕਿ ਕਿਸੇ ਨੂੰ ਲੱਗਦਾ ਕੁਝ ਹੋਰ ਹੋਏਗਾ सर h ਜਿਹੜਾ ਹੋਏਗਾ ਉਹ l/3 ਨਹੀਂ ਹੋਏਗਾ ਉਹ l/3 ਨਹੀਂ ਹੋਏਗਾ ग्राउंड तो ना बन गया ਹਾਂਜੀ ਆਪਣਾ ਆ ਗਿਆ ਨਾ ਆਪਾਂ ਇਦਾਂ ਦਿਖਾ ਦਿੰਦੇ ਕਿ ਵੀ ਆਹ ਪੁਆਇੰਟ ਆ ਇਸ ਤੋਂ ਬਾਅਦ ਵਾਲਾ ਜਿਹੜਾ ਪੋਰਸ਼ਨ ਆ ਉਹ ਮੇਰਾ ਇਸ ਵੇ ਨਾਲ ਜਿਹੜਾ ਹੈਂਗਿੰਗ ਆ ਯਾਨੀ ਆਹ ਥਾਂ ਤੇ ਆਪਾਂ ਉਹਨੂੰ ਹੈਂਗ ਕੀਤਾ ਹੋਇਆ ਆਹ ਪੋਰਸ਼ਨ ਜਿਹੜਾ ਠੀਕ ਹੈ ਇਹਨੂੰ ਮੈਂ ਜਦੋਂ ਅਪਵਰਡ ਲਿਫਟ ਅਪ ਕਰਨਾ ਤੇ ਜੇ h l/3 ਨਹੀਂ ਹੋ ਤੇ ਕਿੰਨਾ ਹੈਗਾ ਫਿਰ और ये है भी सही है h l/3 नहीं हैगा m जरूर m/3 बन जाना
ठीक है ਜਿਹੜਾ ਮਾਸ ਥੱਲੇ ਨੂੰ ਲਟਕਦਾ ਪਿਆ ਉਹ m/3 ਯਾਨੀ ਟੋਟਲ ਮਾਸ ਦਾ 1/3 ਪੋਰਸ਼ਨ ਆ ਉਹਨੇ weight ਡਾਊਨਵਰਡ ਐਕਟ ਕੀਤਾ ਅਸੀਂ ਉਹਨੂੰ ਉੱਪਰ ਚੁੱਕਣਾ ਵਾ ਇਸ ਲਈ ਜਿਹੜੀ ਫੋਰਸ ਮੈਂ ਲਗਾਵਾਂਗਾ ਉਹ mg/3 ਦੇ ਬਰਾਬਰ ਬਣੀ ਠੀਕ ਹੈ ਜੀ h ਕਿੰਨਾ ਵਾ ਮੇਰਾ height from ground ਗਰਾਊਂਡ ਤੋਂ ਤੇ ਆਪਾਂ ਨੂੰ ਹਾਈਟ ਕੋਈ ਡਿਫਾਈਨਡ ਹੀ ਨਹੀਂ ਹਾਈਟ ਗਰਾਊਂਡ ਤੋਂ ਥੋੜਾ ਆਣੀ ਆ सर 2/3 2/3 क्यों आएगी सर 1 से माइनस कर दिया वो क्यों सर वैसे ही कर दिया था वैसे नहीं ना करना कुछ और बोलो जिन्हों जो दिमाग च आंदा होवे 3L नहीं आनी जी समीर शर्मा जी लेंथ जिहड़ी हैंग कीती आ वो L/3 आ ते 3L सर L आऊगी L आऊगी ਲਟਕਦਾ ਜਿਹੜਾ ਪੋਰਸ਼ਨ ਥੱਲੇ ਨੂੰ ਲਟਕ ਰਿਹਾ ਉਹ ਤੇ L/3 ਲਟਕ ਰਿਹਾ ਤੇ L ਕਿਉਂ ਆਪਾਂ ਚੁੱਕਾਂਗੇ 2L/3 ਤਾਂ ਪਹਿਲੇ ਟੇਬਲ ਦੇ ਉੱਤੇ ਹੈਗਾ h minus L/3 ਸੈਂਟਰ ਆਫ ਗ੍ਰੈਵਿਟੀ ਨਾਮ ਦਾ ਵਰਡ ਸੁਣਿਆ यस सर yes sir ਕੀ ਹੁੰਦੀ ਸੈਂਟਰ ਆਫ ਗ੍ਰੈਵਿਟੀ ਦੇਖੋ ਕਿਸੇ ਵੀ ਡਿਸਕਸ਼ਨ ਚ ਨਾ ਐਕਟਿਵ ਪਾਰਟਿਸਿਪੇਟ 5-7 ਜਣੇ ਕਰਦੇ ਆ ਤੁਹਾਡੇ ਚੋਂ ਬਾਕੀ ਜਣੇ ਸਾਇਲੈਂਟ ਬਣ ਕੇ ਬੈਠਦੇ ਆ ਉੱਥੇ ਸਾਇਲੈਂਟ ਨਾ ਬਣੋ ਜੇ ਕਿਸੇ ਥਾਂ ਤੇ ਕੋਈ ਚੀਜ਼ ਦਿਮਾਗ 'ਚ ਆਂਦੀ ਆ ਉਹ ਬੋਲੋ ਇੰਨੇ ਜਾਣਿਆਂ ਨੇ ਗਲਤ ਬੋਲਿਆ ਕੁਝ ਗਲਤ ਨਹੀਂ ਹੋਇਆ ਕੋਈ ਚੀਜ਼ ਨਹੀਂ ਆਊਗੀ ਤਾਂ ਗਲਤ ਹੋ ਜੂ ਕੁਝ ਨਹੀਂ ਹੋ ਚੱਲਿਆ ਪਰ ਐਕਟਿਵਲੀ ਪਾਰਟਿਸਿਪੇਟ ਕਰਿਆ ਕਰੋ ਪਤਾ ਲੱਗਦਾ ਵਾ ਕਿ ਕਿਹਨੂੰ ਕੀ ਚੀਜ਼ ਸਮਝ ਲੱਗਦੀ ਆ ਹਾਂਜੀ ਸੈਂਟਰ ਆਫ ਗ੍ਰੈਵਿਟੀ ਕੀ ਹੁੰਦੀ ਬੋਲੋ ਕੋਈ ਜਣਾ ਸਰ ਆਬਜੈਕਟ ਦਾ ਉਹ ਪੁਆਇੰਟ ਜਿੱਥੇ ਉਹਦੀ ਸਾਰੀ ਗ੍ਰੈਵਿਟੀ ਐਕਟ ਕਰਦੀ ਹੈ ਜਿੱਥੇ ਉਹਦੀ ਸਾਰੀ ਗ੍ਰੈਵਿਟੀ ਐਕਟ ਕਰਦੀ ਕੀ ਮਤਲਬ ਹੈ ਜਿੱਥੇ ਪੂਰੀ ਬਾਡੀ ਦਾ weight ਬੈਲੈਂਸ ਹੁੰਦਾ ਆ ਮੇਰੇ ਹੱਥ 'ਚ ਇੱਕ ਚੌਕ ਬਾਕਸ ਫੜਿਆ ਵਾ ਜਿਵੇਂ ਦੀ ਸੈਂਟਰ ਆਫ ਗ੍ਰੈਵਿਟੀ ਕੱਢਣੀ ਹੋਵੇ ਕਿੱਥੇ ਹੋਏਗੀ ਇਹਦੀ ਸੈਂਟਰ ਆਫ ਗ੍ਰੈਵਿਟੀ intersection of diagonal डायगोनल का इंटरसेक्शन बैलेंस करना है आ थां पे बैलेंस करा ये इथे के करके बैलेंस हो जो नहीं नो सर sir इथे करा हो ਨੋ जो ਸਰ नो नहीं सर ਨੋ ਸਰ आ सेंटर दे yes सेंटर च यस सर एक एग्जांपल yes sir पूरा एग्जांपल कोड करना ਤੁਸੀਂ ਕਈ ਵਾਰੀ ਉਹ ਨੋਟ ਕਰੋ ਕਿ ਜਿਹੜੇ ਆ ਬਾਜੀਗਰ ਵਗੈਰਾ ਹੁੰਦੇ ਆ ਜਿਹੜੇ ਰੱਸੀ ਦੇ ਉੱਤੇ ਚੱਲਦੇ ਟ੍ਰਿਕਸ ਦਿਖਾਉਂਦੇ ਆ ਜਦੋਂ ਰੱਸੀ ਤੇ ਚੱਲਣਾ ਸ਼ੁਰੂ ਕਰਦੇ ਆ ਉਹ ਆਪਣੇ ਹੱਥ 'ਚ ਇੱਕ ਸਟਿਕ ਪਕੜਦੇ ਆ ਵੱਡੀ ਸਾਰੀ ਸੋਟੀ ਫੜ ਲੈਂਦੇ ਆ ਚੱਲਣ ਤੋਂ ਪਹਿਲਾਂ ਹਮੇਸ਼ਾ ਸੋਟੀ ਨੂੰ ਇੱਕ ਪਹਿਲਾਂ ਬੈਲੈਂਸ ਬਣਾਉਂਦੇ ਸੋਟੀ ਦੇ ਨਾਲ ਠੀਕ ਹੈ ਜੀ ਕੁਝ ਪੋਰਸ਼ਨ ਇੱਕ ਸਾਈਡ ਤੇ ਕੁਝ ਪੋਰਸ਼ਨ ਇੱਕ ਸਾਈਡ ਤੇ ਕਰਕੇ ਇੱਕ ਬੈਲੈਂਸ ਬਣਾਉਂਦੇ ਜਦੋਂ ਉਹਨਾਂ ਦਾ ਬੈਲੈਂਸ ਬਣ ਜਾਂਦਾ ਉਸ ਤੋਂ ਬਾਅਦ ਉਸ ਸਟ੍ਰਿੰਗ ਦੇ ਉੱਤੇ ਮੂਵ ਕਰਨਾ ਸ਼ੁਰੂ ਕਰਦੇ ਬੇਸਿਕਲੀ ਉਹ ਬੈਲੈਂਸਿੰਗ ਕਿਸ ਚੀਜ਼ ਦਾ ਲੱਭ ਰਹੇ ਹੋ ਉਹ ਲੱਭਦੇ ਉਸ ਰੋਡ ਦਾ ਤੇ ਉਹਨਾਂ ਦਾ ਆਪਣਾ weight ਮਿਲਾ ਕੇ ਉਹ ਸੈਂਟਰ ਆਫ ਗ੍ਰੈਵਿਟੀ ਕਿੱਥੇ ਹੈ center of gravity is a point where whole weight of the body is actually concentrated ठीक है जिथे पूरी बॉडी ਦਾ weight actual ਚ concentrate ਕਰਦਾ ਵਾ ਉਹ ਉਸ ਬॉडी ਦਾ center of gravity ਹੁੰਦਾ ਤੇ ਨਾਰਮਲ ਜਿਹੜੀਆਂ ਜਿਓਮੈਟ੍ਰੀਕਲ ਸ਼ੇਪ ਨੇ ਜੇ ਉਹਦੇ ਵਿੱਚ ਮਾਸ ਦੀ ਡਿਸਟ੍ਰੀਬਿਊਸ਼ਨ ਯੂਨੀਫਾਰਮ ਹੋਵੇ ਮਾਸ ਅਨਈਕੁਅਲੀ ਡਿਸਟ੍ਰੀਬਿਊਟ ਨਾ ਹੋਵੇ ਮਾਸ ਯੂਨੀਫਾਰਮਲੀ ਡਿਸਟ੍ਰੀਬਿਊਟਡ ਆ ਪੈਨ ਦੇ ਅੰਦਰ ਜੇ ਮਾਸ ਇਹਦਾ ਯੂਨੀਫਾਰਮਲੀ ਡਿਸਟ੍ਰੀਬਿਊਟਡ ਆ ਤੇ ਇਹਦਾ L/3 ਪੋਰਸ਼ਨ ਮੈਂ ਥੱਲੇ ਨੂੰ ਲਟਕਾ ਦਵਾਂ ਠੀਕ ਹੈ ਤੇ ਉਸ L/3 ਪੋਰਸ਼ਨ ਜਿਹੜਾ ਇੱਥੇ ਡਾਊਨਵਰਡ ਲਟਕਦਾ ਪਿਆ ਇਹਦਾ weight ਕਿੱਥੇ ਬੈਲੈਂਸ ਹੋਇਆ ਹੋਊਗਾ sir ਇਹਦੇ ਸੈਂਟਰ ਦੇ ਵਿੱਚ L/6 ਤੇ ਇਹਦਾ ਮਤਲਬ ਇਹਦਾ ਸੈਂਟਰ ਜਿਹੜਾ ਵਾ ਉਹ ਇਹਦੇ L/6 ਪੋਰਸ਼ਨ ਤੇ ਹੋਊਗਾ यस सर ਯੈਸ ਸਰ yes sir ਸਾਰਿਆਂ ਨੂੰ Yes, sir. सर एक बार फिर दसियो ਆਪਾਂ ਪੁੱਤ ਇਹ ਕਹਿੰਦੇ ਪਏ ਜਦੋਂ ਕਿਸੇ ਬਾਡੀ ਦੇ weight ਨੂੰ ਬੈਲੈਂਸ ਕਰਨਾ ਹੋਵੇ ਨਾ ਤੇ ਬਾਡੀ ਦਾ weight ਕਿੱਥੇ ਬੈਲੈਂਸ ਹੁੰਦਾ ਸੀ ਕਹਿੰਦਾ ਵੀ ਉਹਦੇ ਐਸ ਸੱਚ ਜੇ ਮਾਸ ਯੂਨੀਫਾਰਮਲੀ ਡਿਸਟ੍ਰੀਬਿਊਟਡ ਆ ਤੇ ਉਹਦਾ weight ਉਹਦੇ ਸੈਂਟਰ ਤੇ ਬੈਲੈਂਸ ਹੋਏਗਾ ਹਨਾ ਇਹਦਾ ਮਤਲਬ ਆ ਇਹਦਾ ਸੈਂਟਰ ਜਿਹੜਾ ਵਾ ਇਹ ਕਿਸੇ ਵੀ ਸਾਈਡ ਤੋਂ ਇਹਦੀ ਟੋਟਲ ਲੈਂਥ ਦੇ ਹਾਫ ਤੇ ਹੋਊਗਾ yes sir ਹੁਣ ਇਦਾਂ ਹੀ ਜੇ ਆ ਪੈਨ ਦਾ ਆ ਮੇਰੇ ਕੋਲ L/3 ਵਾਲਾ ਪੋਰਸ਼ਨ ਆ ਜੇ ਇਹ ਹੈਂਗ ਕੀਤਾ ਹੋਇਆ ਮੈਂ ਠੀਕ ਹੈ ਜੀ ਇਹਦਾ weight ਜਿਹੜਾ ਵਾ ਹੈਂਗਿੰਗ ਪੋਰਸ਼ਨ ਦਾ ਉਹ mg/3 ਬਣ ਗਿਆ ਕਿਉਂਕਿ 1/3 ਆਫ ਦਾ ਮਾਸ ਹੈਂਗ ਹੋਇਆ ਵਾ ਇਹ ਮਤਲਬ mg/3 weight ਥੱਲੇ ਨੂੰ ਲਾਈ ਕਰਦਾ ਪਿਆ ਜੇ ਮੈਂ mg/3 ਵਾਲੇ ਪਾਰਟ ਨੂੰ ਉੱਪਰ ਚੁੱਕਣਾ ਵਾ ਟੇਬਲ ਦੇ ਉੱਤੇ ਜਿਹੜੀ ਮੈਂ ਫੋਰਸ ਲਗਾਉਂਗਾ ਉਹ mg/3 ਦੇ ਘੱਟੋ ਘੱਟ ਬਰਾਬਰ ਲਾਉਂਗਾ ਤੇ ਮੈਂ ਡਿਸਪਲੇਸਮੈਂਟ ਉਹਦੀ ਕਿੰਨੀ ਕਰਾਵਾਂ
ਉਹਦੇ ਵਾਸਤੇ ਅਸੀਂ ਵਰਡ ਇਹ ਯੂਜ਼ ਕਰਦੇ, ਉਹਦੇ ਵਾਸਤੇ ਵਰਡ ਅਸੀਂ ਇਹ ਯੂਜ਼ ਕਰਦੇ ਪਏ ਕਿ ਜਿਹੜੀ ਬੋਡੀ ਨੂੰ ਤੁਸੀਂ ਲਿਫਟ ਕਰਨਾ, ਤੁਸੀਂ ਇਹਨੂੰ ਕਿੱਥੋਂ ਚੁੱਕਣਾ ਵਾ? ਅਸੀਂ ਕਹਿੰਦੇ ਜੀ ਅਸੀਂ ਇਹਨੂੰ ਇਸ ਬੋਡੀ ਦੇ ਸੈਂਟਰ ਤੋਂ ਚੁੱਕਣਾ। ਜਦੋਂ ਇਹਨੂੰ ਮੈਂ ਇਹਦੇ ਬੋਡੀ ਦੇ ਸੈਂਟਰ ਤੋਂ ਚੁੱਕਿਆ ਤੇ ਅਲਟੀਮੇਟਲੀ ਜਿਹੜੀ ਮੈਂ ਬੋਡੀ ਦੀ ਡਿਸਪਲੇਸਮੈਂਟ ਕਰਾਈ ਆ ਉਹ ਐਕਚੁਅਲ ਦੇ ਅੰਦਰ L/6 ਵਾ, ਨਾ ਕਿ L/3 ਆ। ਕਿਉਂ? ਕਿਉਂਕਿ ਇਹਦਾ ਪੂਰੇ ਦਾ ਪੂਰਾ weight ਜਿੱਥੇ ਆ ਹਨਾ ਉਹ ਇਹਦੇ ਸੈਂਟਰ ਤੇ, ਮਤਲਬ ਮੈਂ ਸੈਂਟਰ ਤੋਂ ਫੜ ਕੇ ਇਹਨੂੰ ਉੱਪਰ ਚੁੱਕਿਆ ਤੇ ਜਦੋਂ ਮੈਂ ਸੈਂਟਰ ਤੋਂ ਫੜ ਕੇ ਇਹਨੂੰ ਉੱਪਰ ਚੁੱਕਿਆ ਤੇ ਮੈਂ ਇਹਦੀ ਜਿਹੜੀ ਡਿਸਪਲੇਸਮੈਂਟ ਕਰਾਈ ਆ ਉਹ ਇਹਦੇ ਸੈਂਟਰ ਤੋਂ ਕਰਾਈ ਆ। ਇਸ ਲਈ ਇਹਦੀ ਜਿਹੜੀ ਡਿਸਪਲੇਸਮੈਂਟ ਹੋਈ ਆ ਉਹ L/3 ਨਹੀਂ ਹੋ ਕੇ L/6 ਹੋਏਗੀ। ਕਿ ਆ ਗੱਲ ਸਮਝ ਆਈ? Yes, sir. yes sir ਇਸ ਅਮਰੀਕਨ ਦੇ ਅੰਦਰ ਜਦੋਂ ਉਹ ਇੱਕੋ ਚੀਜ਼ ਹੋਣੀ ਆ। ਔਰ ਉਸ ਗੱਲ ਨੂੰ ਦਿਮਾਗ 'ਚ ਰੱਖੋ, ਜਿਹੜਾ ਤੇ ਪੋਰਸ਼ਨ ਇਹਦਾ ਐਸਐਚ ਟੇਬਲ ਤੇ ਆ ਹਨਾ, ਇਹ ਆਪਣੇ ਸੈਂਟਰ ਤੋਂ, ਯਾਨੀ ਜੇ ਆ ਮੇਰੇ ਕੋਲ ਬੋਡੀ ਦਾ weight ਜਿਹੜਾ ਵਾ ਇਹ ਇਹਦੇ ਸੈਂਟਰ ਤੇ ਲਾਈ ਕਰਦਾ, ਤਾਂ ਅਸੀਂ ਕਹਿੰਦੇ ਜੀ ਸੈਂਟਰ ਆਫ ਗ੍ਰੈਵਿਟੀ ਤੋਂ weight ਡਾਊਨਵਰਡ ਆ ਗਿਆ ਤੇ ਰਿਐਕਸ਼ਨ ਫੋਰਸ ਉੱਪਰ ਇਹਨੂੰ ਬੈਲੈਂਸ ਕਰਦੀ ਪਈ ਹੈ। ਤੇ ਜਦੋਂ ਇਹੀ ਚੀਜ਼ ਹੈਂਗਿੰਗ ਕੰਡੀਸ਼ਨ 'ਚ ਆਈ ਆ ਤੇ ਹੈਂਗਿੰਗ ਕੰਡੀਸ਼ਨ ਦੇ ਅੰਦਰ ਜਿਹੜਾ ਦਾ weight ਬੈਲੈਂਸ ਹੋਇਆ ਉਹ ਇੱਥੋਂ ਨਹੀਂ ਹੋਇਆ। weight balance ਇਹਦੇ ਐਜ ਤੋਂ ਨਹੀਂ ਕਰਦੇ, ਅਸੀਂ ਕਹਿੰਦੇ ਜਿਹਦਾ weight balance ਇਹਦੇ ਸੈਂਟਰ ਆਫ ਗ੍ਰੈਵਿਟੀ ਵਾਲੇ ਪੁਆਇੰਟ ਤੋਂ ਆ ਤੇ ਸੈਂਟਰ ਆਫ ਗ੍ਰੈਵਿਟੀ ਇਸ ਬੋਡੀ ਦਾ ਇਹਦੇ ਸੈਂਟਰ ਤੇ ਲਾਈ ਕਰਦਾ ਪਿਆ। ਇੰਨੀ ਗੱਲ ਸਮਝ ਲੱਗੀ? Yes, sir. ਇਸ ਲਈ yes sir weight ਆ ਗਿਆ 3 ਆ ਜਿਹੜਾ ਡਾਊਨਵਰਡ ਆ, ਤੇ ਜਿਹੜੀ ਮੈਂ ਫੋਰਸ ਫਿਰ ਉੱਪਰ ਨੂੰ ਲਾਉਂਗਾ F ਫੋਰਸ ਉਹ ਇਸ mg/3 ਦੇ ਬਰਾਬਰ ਲਾਉਂਗਾ ਤੇ ਉਹਦੀ ਇਫੈਕਟਿਵ ਡਿਸਪਲੇਸਮੈਂਟ ਜਿਹੜੀ ਆ ਉਹ ਇਹਦੇ ਸੈਂਟਰ ਤੋਂ ਕਹਿੰਦਾ ਜੀ 6 ਪੋਰਸ਼ਨ ਦੀ ਹੋਏਗੀ। ਇਸ ਲਈ ਜੇ ਵਰਕ ਕੱਢਣਾ, ਜੇ ਆਪਾਂ ਵਰਕ ਕੈਲਕੂਲੇਟ ਕਰਨਾ ਤੇ ਇਸ ਕੇਸ ਦੇ ਅੰਦਰ ਵਰਕ ਦਾ ਫਾਰਮੂਲਾ ਜਦੋਂ Fs cos θ ਲਾਇਆ, ਆਪਾਂ ਫੋਰਸ ਵੀ ਉੱਪਰ ਨੂੰ ਲਾਈ, ਡਿਸਪਲੇਸਮੈਂਟ ਵੀ ਉੱਪਰ ਨੂੰ ਕਰਾਈ, ਇਸ ਲਈ θ ਤੇ ਮੇਰਾ 0 ਆ। ਠੀਕ ਹੈ, ਆਪਣਾ ਵਰਕ ਦਾ ਫਾਰਮੂਲਾ ਰਹਿ ਗਿਆ F ਦੀ ਥਾਂ ਤੇ ਆ ਲਿਖ ਦਿਓ ਜਿੰਨੀ ਫੋਰਸ ਲਾਈ ਆ, ਜਿਹੜੀ ਘੱਟੋ ਘੱਟ ਇਸ weight ਦੇ ਬਰਾਬਰ ਲੱਗੀ, ਔਰ ਇਹਦੀ ਡਿਸਪਲੇਸਮੈਂਟ ਮੇਰੀ L/3 ਹੋਈ, ਐਂਗਲ ਮੇਰਾ cos 0 ਡਿਗਰੀ ਆ। ਇਸ ਲਈ ਵਰਕ ਦਾ ਫਾਰਮੂਲਾ mgL/18 ਆ ਜਾਏਗਾ। ਆ ਇੰਨਾ ਵਰਕ ਅਸੀਂ ਇਸ ਬੋਡੀ ਨੂੰ ਉੱਪਰ ਹੈਂਗਿੰਗ ਪੋਰਸ਼ਨ ਨੂੰ ਚੁੱਕਣ ਨਹੀਂ ਲਗਾਵਾਂਗੇ। ਕੀ ਆ ਗੱਲ ਸਮਝ ਆਈ? Yes, sir. yes sir ਸਾਰਿਆਂ ਨੂੰ ਕਲੀਅਰ ਆ? Yes, sir. yes sir ਇਹਦੇ ਕੋਰਸਪੋਂਡਿੰਗ ਅੱਗੇ ਚੱਲਦੇ ਆਪਾਂ ਨੈਕਸਟ ਨੂਮੈਰੀਕਲ ਦੇ ਅੰਦਰ। ਨੈਕਸਟ ਨੂਮੈਰੀਕਲ ਹੈਗਾ ਤੁਹਾਡੇ ਕੋਲ ਜਿਹੜਾ ਇਹ ਸੀਗਾ ਜੀ ਆਪਣਾ 12th ਹਨਾ, ਤੇ 13th ਨੂਮੈਰੀਕਲ ਆ ਬॉडी मूव फ्रॉम पॉइंट A to B। ठीक है, बॉडी मूव फ्रॉम पॉइंट A to B अंडर द एक्शन ऑफ फोर्स वेरिंग इन मैग्नीट्यूड एज शोन इन फिगर। अपना एज सच नेक्स्ट पेज ਦੇ ਉੱਤੇ फिगर गिवन है बेटा। ठीक है, उस फिगर ਦੇ ਅਕੋਰਡਿੰਗਲੀ ਉਹਨੇ ਆਪਣੇ ਕੋਲ ਕੀ ਕੈਲਕੂਲੇਟ ਕਰਨ ਨੂੰ ਕਿਹਾ ਵਾ, ਉਹਨੇ ਕਿਹਾ ਜੀ ਕੈਲਕੂਲੇਟ ਦਾ ਵਰਕ ਡਨ। ठीक है, फोर्स मेरी न्यूटन च, डिस्प्लेसमेंट मीटर मीन SI यूनिट गिवन है ते वर्क डन करना बेटे। ठीक है, और वर्क डन उन्हें जेड़ा कैलकुलेट करन किया वो ग्राफ तो है। ठीक है जी, वर्क डन ग्राफ तो कैलकुलेट करना। ग्राफ के अंदर अपने को SH जो गिवन है, एक साइड पे फोर्स है और एक साइड अपनी डिस्प्लेसमेंट है गिवन हैगा अपने को इस इंस्टेंट पे। ग्राफ आ वाला गिवन है ਤੇ ਪੁੱਤ ਇਸ ਗ੍ਰਾਫ ਦੇ ਅਕੋਰਡਿੰਗਲੀ ਵੇਰੀਏਬਲ ਚੈੱਕ ਕਰ ਲਓ ਆਪਣੇ ਕੋਲ ਕੀ ਗਿਵਨ ਆ। ਪੁਆਇੰਟ ਕੁਝ ਡਿਫਾਈਨ ਕਰੀ ਚਲੋ। ਆ ਪੁਆਇੰਟਸ ਆਪਣੇ ਕੋਲ ਗਿਵਨ ਆ। ਉਹਨੇ ਕਿਹਾ ਪੁੱਤ ਐਸਐਚ ਇਹਦਾ ਵਰਕ ਡਨ ਕੈਲਕੂਲੇਟ ਕਰੋ। ਏ ਦੇ ਕੋਰਸਪੋਂਡਿੰਗ ਜਿਹੜਾ ਵਾ ਇੱਥੇ ਵੇਰੀਏਬਲ ਗਿਵਨ ਆਪਣੇ ਕੋਲ 1 ਆ, ਡਿਸਪਲੇਸਮੈਂਟ ਜਿਹੜੀ ਆ ਇਸ ਪੋਜੀਸ਼ਨ ਤੱਕ ਡਿਸਪਲੇਸਮੈਂਟ ਦੀ ਵੈਲਿਊ 2, ਆ ਪੋਜੀਸ਼ਨ ਤੱਕ ਡਿਸਪਲੇਸਮੈਂਟ ਦੀ ਵੈਲਿਊ 3। ठीक है, m पॉइंट दे कोरस्पोंडिंग डिस्प्लेसमेंट दी वैल्यू 4, n पॉइंट दे कोरस्पोंडिंग डिस्प्लेसमेंट दी वैल्यू 5 गिवन है। और ਆਪਾਂ SH ਦਾ ਵਰਕ ਡਨ ਕਰਨਾ ਵਾ ਤੇ ਵਰਕ ਡਨ ਦਾ ਕਿਹੜਾ ਫਾਰਮੂਲਾ ਹੋਏਗਾ ਜੀ? ਏਰੀਆ ਅੰਡਰ ਦ ਕਰਵ। ਬਿਲਕੁਲ, ਯਾਨੀ ਜੇ SH ਇੱਥੇ ਲੈ ਕੇ ਚਲੋ ਆ ਵੇਰੀਏਬਲ ਜਿਹੜੇ ਗਿਵਨ ਆ ਇਹਨਾਂ ਵੇਰੀਏਬਲ ਦੇ ਕੋਰਸਪੋਂਡਿੰਗ ਨੇ ਆਪਾਂ ਨੂੰ ਵਰਕ ਡਨ ਕਿਹਾ ਬੇਟਾ। ਤੇ ਆਪਾਂ ਟੌਪਿਕ ਪੜਿਆ ਹੋਇਆ ਵਰਕ ਡਨ ਬਾਈ ਅ ਵੇਰੀਏਬਲ ਫੋਰਸ। ਉਹ ਚ ਅਸੀਂ ਕਿਹਾ ਸੀ ਜੇ ਵੇਰੀਏਬਲ ਫੋਰਸ ਬਾਡੀ ਤੇ ਲਾਈ ਕਰੇਗੀ ਤੇ ਤੁਸੀਂ ਇੰਡੀਵਿਜੂਅਲ ਪੋਰਸ਼ਨ ਦੇ ਏਰੀਆ ਕੈਲਕੂਲੇਟ ਕਰੀ ਚਲੋ ਤੇ ਜਿੰਨਾ ਜਿੰਨਾ ਏਰੀਆ ਫੋਰਸ ਵਰਸਸ ਡਿਸਪਲੇਸਮੈਂਟ ਗ੍ਰਾਫ ਦਾ ਆਏਗਾ
that will give the value for work done। इसलिए जे मैं वर्क डन कैलकुलेट करना ते ਜਿਹੜੀਆਂ ਮੇਰੀਆਂ ਆ ਚਾਰ ਐਸ ਚ ਫਿਗਰ ਬਣਦੀਆਂ ਪਈਆਂ ਜਿਓਮੈਟ੍ਰੀਕਲ, ਇਹਨਾਂ ਚਾਰਾਂ ਦਾ ਏਰੀਆ ਕੈਲਕੂਲੇਟ ਕਰ ਲਓ। ਠੀਕ ਹੈ, ਯਾਨੀ ਆਪਣੇ ਕੋਲ ਟੋਟਲ ਵਰਕ ਡਨ ਜਿਹੜਾ ਹੋਏਗਾ, ਇੱਕ ਆ ਜਾਏਗਾ ਵਰਕ ਡਨ ਆਪਣੇ ਕੋਲ AK ਕਰਵ ਦੇ ਅੰਡਰ, ਇੱਕ ਵਰਕ ਡਨ KL ਕਰਵ ਦਾ, ਇੱਕ ਵਰਕ ਡਨ ਮੇਰੇ ਕੋਲ ਜਿਹੜਾ SH ਆ ਜਾਏਗਾ ਇਸ LM ਕਰਵ ਦਾ, ਔਰ ਇੱਕ ਵਰਕ ਡਨ ਮੇਰੇ ਕੋਲ MN ਦਾ। ਹੁਣ ਪੁੱਤ ਇਹ ਚ ਥੋੜਾ ਜਿਹਾ ਇਹ ਪਾਰਟ ਕਰ ਲਓ, ਜਿਹੜਾ ਆ ਪੋਰਸ਼ਨ ਚ ਵਰਕ ਆ ਰਿਹਾ ਤੇ ਜਿਹੜਾ ਆ ਪੋਰਸ਼ਨ ਚ ਹੈ, ਦੋ ਟ੍ਰਾਇੰਗਲ ਤੋਂ ਵਰਕ ਆਇਆ और दोनों ਦੀਆਂ ਦੋਨੋਂ ट्रायंगल ਦੇ ਬੇਸ ਮੇਰੇ ਕੋਲ ਬਰਾਬਰ ਦੀ ਲੈਂਥ ਦੇ ਆ, ਦੋਨਾਂ ट्रायंगल ਦੀ ਮੇਰੇ ਕੋਲ ਜਿਹੜੀ ਹਾਈਟ ਗਿਵਨ ਆ, ਠੀਕ ਹੈ ਜੀ, ਉਹ ਵੀ ਇਕੁਇਵਲੈਂਟ ਹੀ ਹੈ, ਹਾਂ ਇਕੁਅਲ ਆ n ਦੇ ਕੋਰਸਪੋਂਡਿੰਗ ਵੀ ਇੱਥੇ ਜਿਹੜਾ ਮੇਰੇ ਕੋਲ 0.15 ਨਿਊਟਨ। ਇਸ ਲਈ ਜੇ ਆ ਵਰਕ ਮੇਰੇ ਕੋਲ ਜਿਹੜਾ ट्रायंगल ਦਾ ਪੋਜ਼ਿਟਿਵ ਚ ਬਣਿਆ ਤੇ ਉਹਨਾਂ ਹੀ ਵਰਕ ਆ ट्रायंगल ਦਾ ਮੇਰਾ 네ਗੇਟਿਵ ਚ ਆਊਗਾ। ਕਿ ਇੰਨੀ ਗੱਲ ਸਮਝ ਲੱਗ ਰਹੀ? yes sir Yes, yes sir. sir ਜਿਹੜਾ ਵਰਕ ਤੁਸੀਂ ਕੈਲਕੂਲੇਟ ਕਰਨਾ, ਉਹ ਵਰਕ ਡਨ ਮੇਰੇ ਕੋਲ ਦੋ ਚੀਜ਼ਾਂ ਦਾ ਰਹਿ ਗਿਆ, ਇੱਕ ਰੈਕਟੈਂਗਲ ਤੇ ਇੱਕ ਟ੍ਰਪੀਜ਼ੀਅਮ ਦਾ। ਆ ਦੋਨੋਂ ਦੇ ਦੋਨੋਂ ਬੇਸ਼ੱਕ ਵਰਕ ਨਾ ਐਡ ਕਰੋ, ਕਿਉਂਕਿ ਇੱਕ ਪੋਜ਼ਿਟਿਵ ਔਰ ਇੱਕ 네ਗੇਟਿਵ ਆ, ਉਹ ਆਪਸ ਵਿੱਚ ਕੈਨਸਲ ਹੋਣੇ ਹੀ ਹੋਣੇ। ਇਸ ਲਈ ਆਪਣੇ ਕੋਲ ਵਰਕ ਡਨ ਇੱਕ ਆ ਪੋਰਸ਼ਨ ਦਾ ਆ ਗਿਆ, ਰੈਕਟੈਂਗਲ ਦਾ ਵਰਕ ਆ ਜਾਊਗਾ। ਰੈਕਟੈਂਗਲ ਦਾ ਵਰਕ ਆਪਣੇ ਕੋਲ ਬਣ ਗਿਆ ਜੀ, ਇਧਰੋਂ ਲੈਂਥ ਉਹਦੀ 1 ਆ ਗਈ, ठीक है, इधरों लेंथ होगी मेरे को जी 10 गिवन हो जाएगी, यानी आ साइड के कॉरस्पॉन्डिंग लेंथ मेरे को 10 आएगी। 1 * 10 लेंथ इनटू ब्रेड्थ ना एक एरिया आ गया। दूसरा ट्रपीजियम का एरिया ले लो, ट्रपीजियम का एरिया का फार्मूला half into sum of parallel sides into distance between them। एक पैरेलल साइड दी लेंथ मेरे को आ गिवन है 10 दे इक्वल, एक पैरेलल साइड मेरे को जेडी गिवन है 15, ये मतलब हाफ इनटू 10 प्लस 15 इनटू हाइट, ते इनटू हाइट मेरी आ बन जानी 2 to 3, ये मेरी 1 मीटर दी आ गई। सो आ जिन्ना तुहाडे कोल सॉल्व करके आ गया, यानी 10 प्लस 25/2 मैं अपने को बन गया जी SH 22.5 जाओ। आ तुहाडे कोल SH नेटवर्क बचना, ठीक है, क्योंकि आ दोनों पार्ट मेरे कैंसिल हो जाने। इना क्लियर है? Yes, yes sir. sir Yes, sir. Yes, sir. ਸਾਰਿਆਂ ਨੂੰ ਇਨਾ ਕਲੀਅਰ ਆ ਕਿ ਕਿਸੇ ਨੂੰ ਕੋਈ ਡਾਊਟ ਹੈਗਾ ਬੱਚੇ? Yes, sir. Clear. Clear है sir. ਚਲੋ ਇੱਥੇ ਰੋਕਣ ਲੱਗਿਆ।